ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਣ ਚੈਨਲ ਪੰਜਾਬੀ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅੱਜ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਕਿਸਾਨਾਂ ਦੇ ਅੰਦੋਲਨ ਤੋਂ ਕਿ ਜਦੋਂ ਕਿਸਾਨਾਂ ਨੇ ਸੱਦਾ ਦਿੱਤਾ ਕਿ 5 ਸਤੰਬਰ ਨੂੰ ਅਸੀਂ ਇੱਕ ਵੱਡੀ ਰੈਲੀ ਮੁਜ਼ੱਫਰਨਗਰ ਦੇ ਵਿੱਚ ਕਰਨ ਜਾ ਰਹੇ ਹਾਂ ਤੇ ਉਧਰਲੇ ਪਾਸੇ ਭਾਰਤ ਬੰਦ ਦਾ ਸੱਦਾ ਦਿੱਤਾ ਕਿ 25 ਸਤੰਬਰ ਨੂੰ ਭਾਰਤ ਬੰਦ ਹੋਏਗਾ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਨਹੀਂ ਰੱਦ ਕਰਦੀ। ਇਸੇ ਤਰ੍ਹਾਂ ਦੇ ਐਲਾਨ ਹੁੰਦੇ ਰਹਿਣਗੇ। ਉਹਦੇ ਵਿਚਾਲੇ ਕਰਨਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਕੁੱਟਮਾਰ ਹੋਈ, ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ, ਪੁਲਿਸ ਵੱਲੋਂ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ। ਕਿਹਾ ਜਾ ਰਿਹਾ ਹੈ ਕਿ ਉਹ ਐਸਡੀਐਮ ਨੇ ਜਿਹੜੇ ਕਹਿ ਰਹੇ ਨੇ ਕਿ ਜੇ ਕੋਈ ਅੱਗੇ ਆਏ ਤਾਂ ਸਿਰ ਵੀ ਪਾੜ ਦਿਓ। ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਨੇ ਤਾਂ ਸਵਾਲ ਉੱਠਦੇ ਨੇ ਕਿ ਆਖਿਰਕਾਰ ਲੋਕਤੰਤਰ ਦੇ ਵਿੱਚ ਕਿੱਥੇ ਅਮਨ ਕਾਨੂੰਨ ਜਿਹਦੀਆਂ ਗੱਲਾਂ ਸਰਕਾਰਾਂ ਕਰਦੀਆਂ ਨੇ। ਹਰਿਆਣੇ ਦੇ ਵਿੱਚ ਇਹ ਕੁਝ ਹੋਇਆ। ਇਹੋ ਜਿਹੀਆਂ ਤਸਵੀਰਾਂ ਪੰਜਾਬ ਤੋਂ ਵੀ ਸਾਹਮਣੇ ਆਈਆਂ ਸੀਗੀਆਂ। ਦੇਖਿਆ ਕਿ ਜਦੋਂ ਸੁਖਬੀਰ ਬਾਦਲ ਹੋਣਾ ਦਾ ਵਿਰੋਧ ਹੋਇਆ, ਉੱਥੇ ਕਿਸਾਨ ਪਹੁੰਚੇ ਤਾਂ ਉੱਥੇ ਅਕਾਲੀ ਜਿਹੜੇ ਆਗੂ ਸੀਗੇ ਕਹਿੰਦੇ ਉਹਨਾਂ ਦੇ ਨਾਲ ਹੱਥੋਂ-ਪਾਈ ਹੋਈ। ਉਹਨਾਂ ਦੇ ਨਾਲ ਵੀ ਉੱਥੇ ਵੀ ਪੁਲਿਸ ਨੂੰ ਲਾਠੀਚਾਰਜ ਕਿਤੇ ਨਾ ਕਿਤੇ ਕਰਨਾ ਪਿਆ। ਲਾਠੀਚਾਰਜ ਦੀ ਗੱਲ ਇਸ ਕਰਕੇ ਕਿ ਪੰਜਾਬ ਦੇ ਵਿੱਚ ਵੀ ਜਾਂ ਕਿਤੇ ਵੀ ਭਾਰਤ ਦੇ ਵਿੱਚ ਕਿਤੇ ਵੀ ਜਿੱਥੇ ਵੀ ਲਾਠੀਚਾਰਜ ਹੁੰਦਾ, ਉਹ ਸਿੱਧਾ-ਸਿੱਧਾ ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਨੂੰ ਇਸ ਮਸਲੇ ਦੇ ਉੱਤੇ ਜਵਾਬਦੇਹ ਬਣਾਉਂਦਾ ਹੈ ਕਿ ਤੁਹਾਡੇ ਸੂਬੇ ਦੇ ਵਿੱਚ ਕੀ ਹੋ ਰਿਹਾ। ਨਾਲੋਂ ਨਾਲ ਅਸੀਂ ਗੱਲ ਕਰਾਂਗੇ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਦੋਂ ਗੰਨਾ ਕਿਸਾਨਾਂ ਦਾ ਮਸਲਾ ਉੱਠਦਾ, ਬੀਜੇਪੀ ਕਹਿੰਦੀ ਆ ਕਿ ਜਿਹੜੇ ਲੱਡੂ ਤੁਸੀਂ ਕੈਪਟਨ ਸਾਹਿਬ ਦੇ ਨਾਲ ਮਿਲ ਕੇ ਖਾਧੇ ਨੇ ਉਹ ਕਿਤੇ ਸਾਡੇ ਵਾਲੇ ਲੱਡੂ ਵੀ ਖਾਓ, ਅਸੀਂ ਮਸਲੇ ਦਾ ਹੱਲ ਕਰਨ ਦੇ ਲਈ ਤਿਆਰ ਬੈਠੇ ਹਾਂ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਾਹਿਬ ਦੇ ਰੇੜਕੇ ਵਿਚਾਲੇ ਪੰਜਾਬ ਦੇ ਬਿਜਲੀ ਸਮਝੌਤਿਆਂ ਦੀ ਹੁਣ ਗੱਲ ਹੋ ਰਹੀ ਹੈ। ਇਹ ਮਸਲਾ ਜਿਹੜਾ ਸਿੱਧੂ ਤੇ ਕੈਪਟਨ ਦਾ ਜੋ ਕੁਝ ਸਿੱਧੂ ਸਾਹਿਬ ਕਹਿ ਰਹੇ ਨੇ ਉਹਨੂੰ ਲੈ ਕੇ ਹਰੀਸ਼ ਰਾਵਤ ਹੋਣੀ ਰਾਹੁਲ ਗਾਂਧੀ ਨੂੰ ਮਿਲੇ ਨੇ। ਅਗਲੇ ਸਮੇਂ ਦੇ ਵਿੱਚ ਹਰੀਸ਼ ਰਾਵਤ ਹੋਣਾ ਨੇ ਪੰਜਾਬ ਆਉਣਾ ਹੈ, ਚੰਡੀਗੜ੍ਹ ਆ ਕੇ ਉੱਥੇ ਇਸ ਮਸਲੇ ਦਾ ਹੱਲ ਕੀ ਕਰਾਉਣਗੇ, ਕੀ ਕੁਝ ਹੁੰਦਾ ਹੈ, ਇਸ ਉੱਤੇ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਰਨਾਲ ਦੇ ਵਿੱਚ ਕਿਸਾਨਾਂ ਤੇ ਜਿਹੜਾ ਕੱਲ ਲਾਠੀਚਾਰਜ ਕੀਤਾ ਆ? ਖੱਟਰ ਸਾਹਿਬ ਨੇ ਕਹਿੰਦੇ ਉੱਥੇ ਆਉਣਾ ਸੀਗਾ, ਉਹ ਤੋਂ ਪਹਿਲਾਂ ਇਹ ਕਿਹੋ ਜਿਹਾ ਤਰੀਕਾ ਅਮਨ ਕਾਨੂੰਨ ਨੂੰ ਬਹਾਲ ਕਰਨ ਦਾ? ਸੁਖਵਿੰਦਰ ਜੀ, ਤੁਸੀਂ ਇਹ ਦੇਖੋ ਕਿ ਪਹਿਲੀ ਵਾਰੀ ਨਹੀਂ ਹੈ ਕਿ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ। ਜਦੋਂ ਅਸੀਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਦੌਰਾਂ ਦੇ ਵਿੱਚ ਵੱਖ-ਵੱਖ ਸਮਿਆਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਵੇਖਦੇ ਹਾਂ ਤਾਂ ਇਸ ਤੋਂ ਵੀ ਭੈੜੇ ਅੰਦੋਲਨ ਜਿਹੜੇ ਨੇ, ਇਸ ਤੋਂ ਵੀ ਭੈੜੀਆਂ ਲਾਠੀਆਂ, ਉਸ ਤੋਂ ਵੀ ਭੈੜੀਆਂ ਤੋਂ ਤੱਕ ਕਿ ਗੋਲੀਆਂ ਤੱਕ ਜਿਹੜੀਆਂ ਨੇ ਕਿਸਾਨਾਂ ਨੂੰ ਮਾਰੀਆਂ ਗਈਆਂ ਨੇ ਇਸ ਮੁਲਕ ਦੇ ਵਿੱਚ ਹੀ। ਤੁਸੀਂ ਯਾਦ ਕਰੋ, ਚਾਹੇ ਉਹ ਟਕੈਤ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਦਾ ਦੌਰ ਹੋਵੇ, ਚਾਹੇ ਉਸ ਤੋਂ ਪਹਿਲਾਂ ਦਾ ਦੌਰ ਹੋਵੇ, ਜਦੋਂ ਇਸ ਮੁਲਕ ਦੇ ਵਿੱਚ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਆਪਣੀ ਰੋਜ਼ੀ ਰੋਟੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਆਪਣੀ ਖੇਤੀਬਾੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਹਨਾਂ ਸਰਕਾਰਾਂ ਨੇ, ਵੱਖ-ਵੱਖ ਸਰਕਾਰਾਂ ਨੇ, ਚਾਹੇ ਉਹ ਅੱਜ ਬੀਜੇਪੀ ਦੀ ਸਰਕਾਰ ਹੈ, ਕਿਸੇ ਵੇਲੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਨੇ, ਜਾਂ ਕਿਸੇ ਵੇਲੇ ਜਿਹੜੀਆਂ ਹੋਰ ਵੱਖਰੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਨੇ ਹਮੇਸ਼ਾ ਕਿਸਾਨਾਂ ਨੂੰ ਦਬਾਉਣ ਦੀ, ਕੁਚਲਣ ਦੀ, ਮਾਰਨ ਦੀ, ਕੁੱਟਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਹਿੰਦੁਸਤਾਨ ਦਾ। ਸੋ ਜਿਹੜੀ ਕੱਲ ਵਾਲੀ, ਜਿਹੜੀ ਅੱਜ ਵਾਲੀ ਘਟਨਾ ਹੈ, ਤੁਸੀਂ ਗੱਲ ਕਰ ਰਹੇ ਹੋ, ਇੱਥੋਂ ਇਹੀ ਲੱਗ ਰਿਹਾ ਹੈ ਕਿ ਪੰਜਾਬ ਜਾਂ ਹਰਿਆਣੇ ਦੀ ਗੱਲਾਂ ਤੁਸੀਂ ਦੱਸੀਆਂ ਨੇ ਕਿ ਪੰਜਾਬ ਦੀ ਸਰਕਾਰ ਹੋਵੇ ਚਾਹੇ ਹਰਿਆਣੇ ਦੀ ਬੀਜੇਪੀ ਸਰਕਾਰ ਹੋਵੇ, ਉਹਨਾਂ ਨੇ ਵੀ ਜਿਹੜੀ ਹੈਗੀ ਹੈ ਕੋਈ ਘੱਟ ਨਹੀਂ ਗੁਜ਼ਾਰੀ। ਉਹਨਾਂ ਨੇ ਵੀ ਜਿਹੜੀ ਹੈਗੀ ਹੈ, ਮੈਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਸਿਰ ਫਾੜਦੇ ਨੇ, ਕਿਸਾਨਾਂ ਦੀਆਂ ਹੱਡੀਆਂ ਤੱਕ ਤੋੜਦੇ ਨੇ, ਜਾਂ ਖੂਨ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਉਹ ਦੇਖੇ ਨਹੀਂ ਜਾ ਰਹੇ ਜਿਸ ਕਿਸਮ ਦੇ ਨਾਲ ਲਾਠੀਆਂ ਵਰਾਈਆਂ ਜਾ ਰਹੀਆਂ ਨੇ। ਸੋ ਇਹੀ ਗੱਲ ਇੱਥੋਂ ਇਹੀ ਸਮਝ ਆ ਰਹੀ ਹੈ ਕਿ ਸਰਕਾਰਾਂ ਸਾਡੀਆਂ ਬਰੂਟਲ ਹੋ ਚੁੱਕੀਆਂ ਨੇ, ਔਰ ਗੈਰ ਮਨੁੱਖੀ ਜਿਹੜਾ ਰਵੱਈਆ ਹੈ ਸਰਕਾਰਾਂ ਦਾ, ਗੈਰ ਲੋਕਤੰਤਰਿਕ ਰਵੱਈਆ, ਉਹ ਸਾਹਮਣੇ ਆ ਰਿਹਾ ਹੈ। ਔਰ ਇੱਥੋਂ ਇਹੀ ਸਪਸ਼ਟ ਹੋ ਰਿਹਾ ਕਿ ਇਹ ਜਿਹੜੀਆਂ ਸਰਕਾਰਾਂ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਾਡੇ ਕੋਲੋਂ, ਇਹੀ ਕਿਸਾਨ ਨੇ ਜਿਹੜੀਆਂ ਉਹਨਾਂ ਨੂੰ ਵੋਟਾਂ ਦਿੰਦੇ ਨੇ, ਇਹੀ ਕਿਸਾਨ ਨੇ ਜਿਹੜੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਨੇ, ਇਹਨਾਂ ਲੀਡਰਾਂ ਨੂੰ ਸਿਰਾਂ ਤੇ ਬਿਠਾਉਂਦੇ ਨੇ। ਔਰ ਇਹ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਹੋਰ ਕਿਸਮ ਦੀ ਇਹਨਾਂ ਦੀ ਕਾਰਗੁਜ਼ਾਰੀ ਹੁੰਦੀ ਹੈ। ਇਹੀ ਜਦੋਂ ਆਪਣੇ ਹੱਕ ਮੰਗਦੇ ਨੇ ਤਾਂ ਕਾਰਗੁਜ਼ਾਰੀ ਇਹਨਾਂ ਦੀ ਵੱਖਰੀ ਹੋ ਜਾਂਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸਾਨ ਆਪਣੇ ਹੱਕੀ ਮੰਗਾਂ ਦੇ ਲਈ ਲੜ ਰਹੇ ਨੇ। ਜੇਕਰ ਉਹਨਾਂ ਦੇ ਇਹ ਹੱਕ ਜਿਹੜੇ ਨੇ ਜਾਂ ਇਹਨਾਂ ਦੇ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਨੀ ਦੇਰ ਕਿਸਾਨ ਤਾਂ ਜਿਹੜੇ ਨੇ ਵਿਚਾਰਿਆਂ ਦੀ ਉਹਨਾਂ ਦੀ ਲੋੜ ਹੈ। ਇਹ ਨਹੀਂ ਹੈ ਕਿ ਉਹ ਖੁਸ਼ੀ ਲਈ ਕੋਈ ਸੜਕਾਂ ਤੇ ਬੈਠ ਰਹੇ ਨੇ, ਟੋਲ ਪਲਾਜ਼ਿਆਂ ਤੇ ਜਾ ਰਹੇ ਨੇ। ਉਹਨਾਂ ਦੇ ਆਪਣੀ ਜ਼ਿੰਦਗੀ ਦਾ ਸਵਾਲ ਹੈ, ਉਹਨਾਂ ਦੀ ਆਪਣੀ ਰੋਜ਼ੀ ਰੋਟੀ ਦਾ ਸਵਾਲ ਹੈ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਖੋਹੀਆਂ ਜਾ ਰਹੀਆਂ ਨੇ ਕਾਰਪੋਰੇਟ ਦੇ ਰਾਹੀਂ, ਉਹਨਾਂ ਦਾ ਸਵਾਲ ਹੈ। ਸੋ ਇਸ ਕਰਕੇ ਆਪਣੀ ਉਹ ਬੁਨਿਆਦੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਮਜਬੂਰੀ ਦੇ ਲਈ ਉਹ
ਜਿਹੜੇ ਨੇ ਸੜਕਾਂ ਤੇ ਜਾ ਰਹੇ ਨੇ, ਪਰ ਜੇ ਸੜਕਾਂ ਤੇ ਬੈਠਦੇ ਨੇ, ਕਾਲੇ ਝੰਡੇ ਦਿਖਾਉਂਦੇ ਨੇ, ਸਰਕਾਰਾਂ ਦਾ ਵਿਰੋਧ ਕਰਦੇ ਨੇ, ਤਾਂ ਉਹਨਾਂ ਨੂੰ ਕੀ ਦਿਖਾਇਆ ਜਾਂਦਾ? ਉਹਨਾਂ ਨੂੰ ਸੋਟੀਆਂ ਮਾਰੀਆਂ ਜਾਂਦੀਆਂ ਨੇ, ਕੁੱਟਿਆ ਮਾਰਿਆ ਜਾਂਦਾ ਹੈ, ਸਿਰ ਫਾੜੇ ਜਾਂਦੇ ਨੇ। ਮੈਨੂੰ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਇਸ ਵੇਲੇ ਇਹ ਸਾਰੀਆਂ ਚੀਜ਼ ਨੂੰ ਸਮਝਣ ਦੇ ਵਿੱਚ ਅਸਮਰਥ ਹੋ ਰਹੀਆਂ ਨੇ। ਜਾਣ ਬੁੱਝ ਕੇ ਜਿਹੜੀ ਹੈਗੀ ਹੈ ਇਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਔਰ ਜਾਣ ਬੁੱਝ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਇਹ ਜਿਹੜੇ ਕਿਸਾਨ ਨੇ ਹੋਰ ਭੜਕਣ ਔਰ ਮਾਹੌਲ ਖਰਾਬ ਹੋਵੇ, ਉਹਦਾ ਫਾਇਦਾ ਜਿਹੜਾ ਹੈਗਾ ਬੀਜੇਪੀ ਲੈ ਸਕੇ। ਔਰ ਮੈਨੂੰ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਇਸ ਵੇਲੇ, ਜੇ ਆਪਾਂ ਹਰਿਆਣੇ ਦੀ ਗੱਲ ਕਰਦੇ ਹਾਂ, ਬਹੁਤ ਹੀ ਨਾਜ਼ੁਕ ਦੌਰ ਦੇ ਵਿੱਚ ਗੁਜ਼ਰ ਰਹੀ ਹੈ। ਜੇਕਰ ਕਿਸਾਨ ਹੋਰ ਤੇਜ਼ ਹੁੰਦੇ ਨੇ, ਹੋਰ ਉੱਥੇ ਜਾ ਕੇ ਜਿਹੜੀਆਂ ਸੜਕਾਂ ਰੋਕੀਆਂ ਜਾਂਦੀਆਂ ਨੇ, ਪਿੰਡਾਂ ਦੇ ਵਿੱਚ ਜੇਕਰ ਬੀਜੇਪੀ ਦਾ ਵਿਰੋਧ ਹੁੰਦਾ ਹੈ ਔਰ ਜੇਜੇਪੀ ਵਾਲਿਆਂ ਦਾ ਵਿਰੋਧ ਹੁੰਦਾ ਹੈ, ਤਾਂ ਕਿਤੇ ਨਾ ਕਿਤੇ ਜਾ ਕੇ ਇਹ ਸਰਕਾਰ ਨੂੰ ਵੀ ਸੋਚਣਾ ਪਏਗਾ ਕਿ ਸਰਕਾਰ ਵੀ ਤੁਹਾਡੀ ਗਿਰ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਉਹਨਾਂ ਤੇ ਸੋਟੀਆਂ ਬਰਾਵੋਗੇ ਤਾਂ ਲੋਕਾਂ ਨੇ ਤੁਹਾਡਾ ਵਿਰੋਧ ਕਰਨਾ ਹੈ, ਕਿਸਾਨਾਂ ਨੇ ਵਿਰੋਧ ਕਰਨਾ ਹੈ। ਜੇਜੇਪੀ ਵਾਲੇ ਜੇਕਰ ਆਪਣੀ ਪੌੜੀ ਖਿੱਚ ਲੈਂਦੇ ਨੇ ਤਾਂ ਸਰਕਾਰ ਜਿਹੜੀ ਹੈਗੀ ਗਿਰ ਸਕਦੀ ਹੈ। ਸੋ ਇੱਥੋਂ ਸੰਦੇਸ਼ ਇਹੀ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਕਟ ਹੋਰ ਗੰਭੀਰ ਹੋਏਗਾ ਔਰ ਸਰਕਾਰ ਦੇ ਉੱਤੇ ਵੱਡਾ ਖਤਰਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਿੰਦਰ ਜੀ ਜੀ ਡਾਕਟਰ ਸਾਹਿਬ, ਅਸੀਂ ਸੁਣ ਰਹੇ ਸੀ ਕਿ ਬੀਜੇਪੀ ਦੇ ਰਮਨ ਮਲਿਕ ਜਿਹੜੇ ਆਗੂ ਨੇ, ਉਹਨਾਂ ਨੂੰ ਸਵਾਲ ਹੋਇਆ ਕਿ ਕਿਸਾਨਾਂ ਦੇ ਉੱਤੇ ਲਾਠੀਚਾਰਜ ਕਿਉਂ ਕੀਤਾ, ਤਾਂ ਉਹ ਕਹਿੰਦੇ ਨੇ ਕਿ ਸੰਵਿਧਾਨਕ ਹੱਕ ਜਿਹੜਾ ਉਹ ਸਭ ਨੂੰ ਹੈ ਕਿ ਤੁਸੀਂ ਆਪਣਾ ਪ੍ਰੋਟੈਸਟ ਕਰੋ ਇੱਕ ਪਾਸੇ, ਅਸੀਂ ਆਪਣੀਆਂ ਗੱਡੀਆਂ ਲੈ ਕੇ ਲੰਘਣਾ ਹੈ ਜਾਂ ਅਸੀਂ ਲੋਕਾਂ ਦੇ ਵਿੱਚ ਵਿਚਰਨਾ, ਅਸੀਂ ਵੀ ਲੋਕਾਂ ਦੇ ਲੀਡਰ ਆ, ਅਸੀਂ ਗੱਲ ਰੱਖਣੀ ਹੈ ਤਾਂ ਅਸੀਂ ਵੀ ਸੰਵਿਧਾਨਕ ਤਰੀਕੇ ਨਾਲ ਚੱਲ ਰਹੇ ਹਾਂ। ਉਹ ਕਹਿੰਦੇ ਕਿਸਾਨ ਆਪਣੇ ਹੱਥਾਂ ਦੇ ਵਿੱਚ ਡੰਡੇ ਲੈ ਕੇ ਤੁਰਦੇ ਨੇ, ਉਹ ਕਹਿੰਦੇ ਝੰਡੇ ਤੇ ਡੰਡੇ ਕਿਸਾਨਾਂ ਦੇ ਹੱਥ ਵਿੱਚ ਹੁੰਦੇ ਨੇ, ਇਸ ਕਰਕੇ ਪ੍ਰਸ਼ਾਸਨ ਨੇ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕੀਤਾ, ਉਹਨਾਂ ਨੇ ਲਾਅ ਐਂਡ ਆਰਡਰ ਨੂੰ ਕਾਬੂ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ। ਇਹਨੂੰ ਕਿੱਦਾਂ ਦੇਖਦੇ ਹੋ ਸੰਵਿਧਾਨਕ ਹੱਕ ਦੀ ਜਦੋਂ ਗੱਲ ਆਉਂਦੀ ਹੈ? ਸੁਖਵਿੰਦਰ ਜੀ, ਪਿਛਲੇ ਦਿਨਾਂ ਦੇ ਵਿੱਚ ਇਸੇ ਹਰਿਆਣੇ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਬੀਜੇਪੀ ਨੇ ਝੰਡਾ ਮਾਰਚ ਕੀਤਾ, ਠੀਕ ਹੈ ਨਾ। ਉਦੋਂ ਜਦੋਂ ਉਹਨਾਂ ਝੰਡਿਆਂ ਦੇ ਵਿੱਚ ਕੀ ਡੰਡੇ ਨਹੀਂ ਸੀਗੇ, ਉਦੋਂ ਕੀ ਉਹ ਗੈਰ ਕਾਨੂੰਨੀ ਨਹੀਂ ਸੀਗਾ, ਉਦੋਂ ਤੁਹਾਡੇ ਸੰਵਿਧਾਨ ਉਦੋਂ ਕਿੱਥੇ ਗਿਆ ਸੀਗਾ, ਉਦੋਂ ਸਰਕਾਰ ਦੇ ਹੱਕ ਕਿੱਥੇ ਗਏ ਸੀਗੇ? ਜਦੋਂ ਸਰਕਾਰਾਂ ਆਪ ਸਾਰਾ ਕੁਝ ਕਰਦੀਆਂ ਨੇ, ਜਦੋਂ ਕੀ ਗੱਲ ਇਹ ਆਪਾਂ ਅੱਜ ਇਸ ਵੱਡੇ ਸਵਾਲ ਬਣਦੇ ਨੇ ਸਰਕਾਰਾਂ ਦੇ ਉੱਤੇ ਕਿ ਜੇਕਰ ਉਹਨਾਂ ਨੂੰ ਹੱਕ ਹੈ ਕਿ ਡੰਡੇ ਮਾਰੋ, ਲੋਕਾਂ ਨੂੰ ਕੁੱਟੋ ਮਾਰੋ, ਉਹਨਾਂ ਦੀਆਂ ਹੱਡੀਆਂ ਤੋੜੋ, ਕੀ ਇਹ ਸੰਵਿਧਾਨ ਕਹਿੰਦਾ ਹੈ? ਬੁਨਿਆਦੀ ਸਵਾਲ ਇਹ ਹੈ। ਤੁਸੀਂ ਸ਼ਾਂਤਮਈ ਸੰਘਰਸ਼ ਦੇ ਉੱਤੇ ਲੋਕਾਂ ਨੂੰ ਕੁੱਟਦੇ ਹੋ, ਮਾਰਦੇ ਹੋ, ਉਹਨਾਂ ਦੇ ਉੱਤੇ ਜਿਹੜਾ ਹੈਗਾ ਡਾਂਗਾ ਭਰਾਉਂਦੇ ਹੋ, ਇਹ ਤੁਹਾਨੂੰ ਹੱਕ ਕਿਸ ਨੇ ਦਿੱਤਾ ਹੈ? ਇਸ ਵੇਲੇ ਵੱਡਾ ਸਵਾਲ ਇਹ ਪੁੱਛਣਾ ਚਾਹੀਦਾ ਹੈ ਇਹਨਾਂ ਲੋਕਾਂ ਨੂੰ, ਇਹਨਾਂ ਲੀਡਰਾਂ ਨੂੰ, ਕਿ ਜਦੋਂ ਤੁਸੀਂ ਇਹਨਾਂ ਤੋਂ ਵੋਟਾਂ ਲੈਣੇ ਹੋ, ਤੁਹਾਡੀਆਂ ਵੋਟਾਂ ਨੇ, ਇਹਨਾਂ ਕਰਕੇ ਅੱਜ ਤੁਸੀਂ ਕੁਰਸੀਆਂ ਤੇ ਬੈਠੇ ਹੋ, ਇਹਨਾਂ ਦੇ ਕਰਕੇ ਹੀ ਸੰਵਿਧਾਨ ਹੈ। ਜੇਕਰ ਸਮਾਜ ਦਾ ਜਾਂ ਪੂਰੇ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਹਿੰਦੁਸਤਾਨ ਦਾ ਅੰਨਦਾਤਾ ਜਿਹੜਾ ਹੈਗਾ ਉਹ ਸੜਕਾਂ ਤੇ ਰੁਲ ਰਿਹਾ ਹੈ, ਤਾਂ ਇਹਦਾ ਮਤਲਬ ਹੈ ਕਿ ਸੰਵਿਧਾਨ ਜਿਹੜਾ ਹੈਗਾ, ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ। ਔਰ ਸੰਵਿਧਾਨ ਦਾ ਪ੍ਰੀਐਂਬਲ ਕੀ ਕਹਿੰਦਾ? ਪ੍ਰੀਐਂਬਲ ਇਹੀ ਕਹਿੰਦਾ ਕਿ ਅਸੀਂ ਇੱਕ ਸਮਾਜਵਾਦੀ ਮੁਲਕ ਹਾਂ। ਸਮਾਜਵਾਦ ਜਿਹੜਾ ਹੈਗਾ ਸ਼ਬਦ ਪ੍ਰੀਐਂਬਲ ਦੇ ਵਿੱਚ ਸ਼ਾਮਲ ਹੈ। ਇਹਦਾ ਮੀਨਿੰਗ ਇਹੀ ਹੈ ਕਿ ਹਰ ਬੰਦੇ ਨੂੰ ਬਰਾਬਰੀ ਦਾ ਅਧਿਕਾਰ ਹੋਏਗਾ। ਜੇਕਰ ਬਰਾਬਰੀ ਦਾ ਅਧਿਕਾਰ ਹੈ ਤਾਂ ਇਹਦਾ ਮਤਲਬ ਇਹ ਕਾਰਪੋਰੇਟ ਕਿੱਥੋਂ ਆ ਗਏ? ਕਾਰਪੋਰੇਟ ਤਾਂ ਇਹੀ ਚਾਹੁੰਦੇ ਨੇ ਕਿ ਸਾਰਾ ਕੁਝ ਸਾਡੇ ਹਵਾਲੇ ਕਰ ਦਿਓ, ਸਰਕਾਰਾਂ ਦੇ ਹੱਥ ਕੁਝ ਵੀ ਨਾ ਰਹੇ। ਸੋ ਇਹਦਾ ਮਤਲਬ ਇਹੀ ਹੈ ਕਿ ਇਸ ਸੰਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ, ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਲੋਕ ਜਿਹੜੇ ਨੇ ਜਾਂ ਜਦੋਂ ਕਿਸਾਨ ਜਾਂ ਜਦੋਂ ਅੰਨਦਾਤਾ ਆਪਣੇ ਹੱਕ ਮੰਗ ਰਿਹਾ ਹੈ, ਉਹਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਤਾਂ ਗੈਰ ਕਾਨੂੰਨੀ ਹੋ, ਤੁਸੀਂ ਸੰਵਿਧਾਨ ਦੀ ਜਿਹੜੀ ਹੈਗੀ ਉਲੰਘਣਾ ਕਰ ਰਹੇ ਹੋ, ਤੁਸੀਂ ਲੋਕਤੰਤਰ ਦੀ ਉਲੰਘਣਾ ਕਰ ਰਹੇ ਹੋ। ਇਹ ਮੈਨੂੰ ਲੱਗਦਾ ਕਿ ਉਲਟ ਹੋ ਰਿਹਾ, ਸਗੋਂ ਉਲਟ ਜਿਹੜਾ ਹੈਗਾ ਇਹਦਾ ਮਤਲਬ ਇਹੀ ਹੈ ਕਿ ਸਰਕਾਰਾਂ ਲੋਕਤੰਤਰ ਦੀ ਉਲੰਘਣਾ ਕਰ ਰਹੀਆਂ ਨੇ, ਸਰਕਾਰਾਂ ਜਿਹੜੀਆਂ ਨੇ ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਨੇ, ਕਿਉਂਕਿ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਸ਼ਾਂਤਮਈ ਸੰਘਰਸ਼ ਦੇ ਵਿੱਚ ਸ਼ਾਂਤਮਈ ਕਿਸਾਨਾਂ ਨੂੰ ਤੁਸੀਂ ਸੜਕਾਂ ਤੋਂ ਉਠਾ ਕੇ ਡੰਡਿਆਂ ਦੇ ਨਾਲ ਜਾਂ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਨੂੰ ਉੱਥੋਂ ਭਜਾ ਦਿਓ, ਕੁੱਟ ਦਿਓ, ਮਾਰ ਦਿਓ। ਸੋ ਉਹ ਕੋਈ ਹੱਕ ਜਿਹੜਾ ਹੈਗਾ ਸੰਵਿਧਾਨ ਇਹਨਾਂ ਨੂੰ ਨਹੀਂ ਦਿੰਦਾ। ਸੋ ਇਹ ਅਸਲੀ ਤਾਂ ਉਲਟ ਹੈ ਕਿ ਇਹੀ ਲੋਕ, ਜਿਹੜੇ ਲੋਕ ਲੋਕਾਂ ਦੇ ਕਰਕੇ ਵੋਟ ਦਾ ਅਧਿਕਾਰ ਲੈ ਕੇ ਇਹ ਲੋਕ ਮੰਤਰੀ ਬਣੇ ਨੇ, ਵਜ਼ੀਰ ਬਣੇ ਨੇ ਔਰ ਇਸ ਵੇਲੇ ਕੁਰਸੀ ਦਾ ਆਨੰਦ ਮਾਣ ਰਹੇ ਨੇ, ਇਹਨਾਂ ਨੂੰ ਕਿਹਨੇ ਹੱਕ ਦਿੱਤਾ ਹੈ ਕਿ ਇਹ ਲੋਕਾਂ ਨੂੰ ਸ਼ਾਂਤਮਈ ਸੰਘਰਸ਼ ਨੂੰ ਦਬਾਉਣ, ਕੁੱਟਣ, ਮਾਰਨ? ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਿਸਾਨਾਂ ਦਾ ਇੱਕ ਫਰਜ਼ ਬਣਦਾ ਹੈ ਔਰ ਉਹਨਾਂ ਦਾ ਹੱਕ ਵੀ ਹੈ ਕਿ ਇਹਨਾਂ ਨੂੰ ਸਵਾਲ ਪੁੱਛੇ ਜਾਣ ਕਿ ਭਾਈ ਅੱਜ ਸਾਡੇ ਸੰਵਿਧਾਨ ਦੇ ਮੁਤਾਬਕ ਜੋ ਸਾਡੇ ਸੰਵਿਧਾਨ ਨੇ ਸਹੂਲਤਾਂ ਦਿੱਤੀਆਂ ਨੇ, ਸਾਨੂੰ ਆਪਣੀ ਜ਼ਮੀਨ ਦੇ ਉੱਤੇ, ਸਾਨੂੰ ਆਪਣੀ ਫਸਲ ਦੇ ਉੱਤੇ ਉਹਦਾ ਭਾਅ ਜਿਹੜਾ ਹੈਗਾ, ਉਹਦਾ ਰੇਟ ਸਹੀ ਜਿਹੜਾ ਹੈਗਾ ਲੈਣ ਦੀ ਕੋਸ਼ਿਸ਼ ਸਾਨੂੰ ਜਿਹੜੀ ਹੈਗੀ ਮਿਲੀ ਹੋਈ ਹੈ, ਤਾਂ ਉਹਨੂੰ ਕਿਉਂ ਰੋਕਿਆ ਜਾ ਰਿਹਾ ਹੈ?
ਉਹਨੂੰ ਖਤਮ ਕਿਉਂ ਕੀਤਾ ਜਾ ਰਿਹਾ, MSP ਨੂੰ ਕਿਉਂ ਖਤਮ ਕੀਤਾ ਜਾ ਰਿਹਾ, ਸਾਡੀਆਂ ਜ਼ਮੀਨਾਂ ਦੇ ਉੱਤੇ ਅੱਖ ਕਿਉਂ ਕਾਰਪੋਰੇਟਾਂ ਨੇ ਰੱਖੀ ਹੋਈ ਹੈ। ਔਰ ਇਹ ਮੈਨੂੰ ਲੱਗਦਾ ਹੈ ਕਿ ਇਹੀ ਅੱਜ ਬੁਨਿਆਦੀ ਸਵਾਲ ਕਿਸਾਨ ਇਹਨਾਂ ਨੂੰ ਪੁੱਛ ਰਹੇ ਨੇ। ਇਹਨਾਂ ਕੋਲੇ ਕੋਈ ਜਵਾਬ ਨਹੀਂ ਹੋ ਰਿਹਾ ਔਰ ਉਸ ਨਾ ਜਵਾਬ ਦੇ ਹੋਣ ਕਰਕੇ ਇਹ ਆਪਣਾ ਗੁੱਸਾ ਜਿਹੜਾ ਹੈਗਾ ਜਾਣਬੁੱਝ ਕੇ ਕੁੱਟਮਾਰ ਦੇ ਜ਼ਰੀਏ ਕਿਸਾਨਾਂ ਦੇ ਉੱਤੇ ਕੱਢ ਰਹੇ ਨੇ। ਸੋ ਹੋਰ ਗੱਲ ਕੁਝ ਨਹੀਂ ਹੈ ਸੁਖਿੰਦਰ ਜੀ। ਡਾਕਟਰ ਸਾਹਿਬ, ਇੱਕ ਪਾਸੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਉਹ SDM ਨੇ ਉਹੀ ਪੁਲਿਸ ਨੂੰ ਨਿਰਦੇਸ਼ ਦੇ ਰਹੇ ਨੇ ਕਿ ਸਿਰ ਪਾੜਨ ਦੀ ਲੋੜ ਪਈ ਤਾਂ ਸਿਰ ਵੀ ਪਾੜ ਦਿਓ, ਤੇ ਉਹ ਸਾਰਾ ਕੁਝ ਹੋਇਆ ਜੋ ਉਸ ਵੀਡੀਓ ਵਿੱਚ ਸੁਣਾਈ ਦੇ ਰਿਹਾ, ਉਹਨੂੰ ਕਿੱਦਾਂ ਦੇਖਦੇ ਹੋ ਇਸ ਸਾਰੇ ਮਾਮਲੇ ਦੇ? ਸੁਖਵਿੰਦਰ ਜੀ ਦੇਖੋ, ਕੋਈ ਵੀ ਜਦੋਂ ਇਦਾਂ ਦੀ ਘਟਨਾ ਵਾਪਰਦੀ ਹੈ, ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣ ਵਾਲੀ ਹੈ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇਹ ਗੱਲ ਬਹੁਤ ਸਾਨੂੰ ਇੰਪੋਰਟੈਂਟ ਤੌਰ ਤੇ ਸਮਝਣੀ ਚਾਹੀਦੀ ਹੈ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਵੀ ਡੰਡਾ ਨਹੀਂ ਵੱਜ ਸਕਦਾ। ਜੇਕਰ ਉੱਥੇ ਕੋਈ ਡੰਡੇ ਵਰੇ ਨੇ ਔਰ ਉੱਥੇ ਸਿਰ ਫਾਟੇ ਨੇ, ਹੱਡੀਆਂ ਟੁੱਟੀਆਂ ਨੇ, ਤਾਂ ਇਹਦਾ ਮਤਲਬ ਸਹੀ ਹੈ ਕਿ ਕਿਤੋਂ ਨਾ ਕਿਤੋਂ ਇਹ ਜਿਹੜੀ ਹੈਗਾ ਹੁਕਮ ਲਾਠੀਆਂ ਚਲਾਉਣ ਦਾ ਸਰਕਾਰ ਵੱਲੋਂ ਆਇਆ। ਚਾਹੇ ਉਹ SDM ਦੀ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਵੀਡੀਓ ਵਾਇਰਲ ਹੋਈ ਹੈ, ਬਿਲਕੁਲ ਸਹੀ ਵੀਡੀਓ ਹੋ ਸਕਦੀ ਹੈ। ਚਾਹੇ ਵੀਡੀਓ ਵਾਇਰਲ ਨਹੀਂ ਵੀ ਹੁੰਦੀ ਤਾਂ ਇਹ ਤਾਂ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਨਾ ਕਿ ਲਾਠੀਆਂ ਚਲਾਈਆਂ ਗਈਆਂ ਨੇ ਔਰ ਲੋਕਾਂ ਦੇ ਸਿਰ ਫਾੜੇ ਗਏ ਨੇ। ਇਹਨੂੰ ਤਾਂ ਅਸੀਂ ਡਿਨਾਈ ਨਹੀਂ ਕਰ ਸਕਦੇ, ਇਹਨੂੰ ਤਾਂ ਅਸੀਂ ਮਤਲਬ ਭੁੱਲ ਨਹੀਂ ਸਕਦੇ। ਪਰ ਕੀ ਹੈ ਕਿ ਚਾਹੇ ਵੀਡੀਓ ਵਾਇਰਲ ਨਹੀਂ ਵੀ ਹੁੰਦੀ ਤਾਂ ਇੱਥੋਂ ਸਪਸ਼ਟਤਾ ਇਹੀ ਹੈ ਕਿ ਸਰਕਾਰ ਦੇ ਆਰਡਰ ਹੋਏ ਨੇ ਔਰ ਆਰਡਰ ਕਿਹਦੇ ਰਾਹੀਂ ਹੁੰਦੇ ਨੇ ਆਪਾਂ ਨੂੰ ਵੀ ਪਤਾ ਹੈ ਕਿ SDM ਦੇ ਰਾਹੀਂ ਹੁੰਦੇ ਨੇ ਜਾਂ DC ਸਾਹਿਬ ਦੇ ਰਾਹੀਂ ਹੁੰਦੇ ਨੇ ਜਾਂ SSP ਦੇ ਰਾਹੀਂ ਹੁੰਦੇ ਨੇ। ਕੋਈ ਨਾ ਕੋਈ ਅਧਿਕਾਰੀ ਤਾਂ ਦੇਖੋ ਜੋ ਸਰਕਾਰ ਦਾ ਨੁਮਾਇੰਦਾ ਹੈ ਉਹ ਆਰਡਰ ਕਰਦਾ ਹੈ। ਸੋ ਇਸ ਕਰਕੇ ਇਹ ਜਿਹੜੇ ਨੇ ਆਰਡਰ ਸਰਕਾਰ ਵੱਲੋਂ ਹੋਏ ਨੇ, ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰ ਕਿਉਂਕਿ ਇਸ ਵੇਲੇ ਬੁਖਲਾਹਟ ਦੇ ਵਿੱਚ ਆ ਚੁੱਕੀ ਹੈ, ਉਹਦੇ ਕੋਲ ਕਿਸਾਨਾਂ ਦਾ ਜਵਾਬ ਜਿਹੜਾ ਹੈਗਾ, ਸਵਾਲਾਂ ਦਾ ਜਵਾਬ ਨਹੀਂ ਹੈ। ਉਹ ਜਵਾਬ ਤੋਂ ਭੱਜਦੀ ਹੋਈ ਇਹ ਸਾਰੇ ਕੰਮ ਕਰ ਰਹੀ ਹੈ ਔਰ ਉਹਨਾਂ ਨੂੰ ਤਾਂ ਕਿਤੇ ਤਾਂ ਇਹ ਚਾਹੀਦਾ ਸੀਗਾ ਕਿ ਕਾਨੂੰਨ ਜਿਹੜੇ ਨੇ ਰੱਦ ਕਰਨੇ ਚਾਹੀਦੇ ਸੀਗੇ। ਉਲਟਾ ਕਿਸਾਨਾਂ ਦਾ ਜਿਹੜਾ ਸ਼ਾਂਤਮਈ ਸੰਘਰਸ਼ ਹੈ ਉਹਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਧੱਕੇ ਦੇ ਨਾਲ, ਡਾਂਗਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਗੈਰ ਕਾਨੂੰਨੀ ਕੰਮ ਹੈ ਸੁਖਿੰਦਰ ਜੀ। ਬਿਲਕੁਲ ਬਿਲਕੁਲ। ਉਧਰਲੇ ਪਾਸੇ ਜਦੋਂ ਅਸੀਂ ਪੰਜਾਬ ਦੀ ਸਿਆਸਤ ਵੱਲ ਦੇਖਦੇ ਹਾਂ ਡਾਕਟਰ ਸਾਹਿਬ, ਤੇ ਗੰਨਾ ਕਿਸਾਨਾਂ ਦਾ ਮਸਲਾ ਅੰਦੋਲਨ ਸ਼ਾਂਤ ਹੋ ਚੁੱਕਿਆ, ਸਰਕਾਰ ਐਲਾਨ ਕਰ ਚੁੱਕੀ ਹੈ 360 ਰੁਪਏ। ਪਰ BJP ਇਹ ਸਵਾਲ ਚੁੱਕਦੀ ਹੈ ਕਿ ਜਿਹੜੇ ਲੱਡੂ ਤੁਸੀਂ ਕੈਪਟਨ ਸਾਹਿਬ ਨੂੰ ਖਵਾ ਰਹੇ ਹੋ, ਕਿਤੇ BJP ਤੋਂ ਵੀ ਖਾ ਕੇ ਦੇਖੋ, ਅਸੀਂ ਵੀ ਤੁਹਾਡੇ ਮਸਲੇ ਨੂੰ ਹੱਲ ਕਰਾਉਣ ਦੇ ਲਈ ਬੈਠੇ ਹਾਂ। ਉਹ ਇਹ ਵੀ ਗੱਲ ਕਹਿੰਦੇ ਨੇ ਕਿ ਕਿੱਥੇ ਤਾਂ ਕਿਸਾਨ ਮੰਗ ਕਰਦੇ ਸੀ 470 ਰੁਪਏ ਦੀ, ਤੇ ਕਿਤੇ 360 ਦੇ ਵਿੱਚ ਹੀ ਮੰਨ ਗਏ। ਦੂਜੀ ਗੱਲ ਇਹ, ਉਹ ਕਹਿੰਦੇ ਕਿ ਇਹਦਾ ਜਿਹੜਾ ਭੁਗਤਾਨ ਹੋਣਾ ਰਾਸ਼ੀ ਦਾ ਜਿਹੜਾ ਵਾਅਦਾ ਕੀਤਾ, ਇਹ ਤਾਂ ਅਗਲੀ ਸਰਕਾਰ ਨੇ ਕਰਨਾ, ਅੱਗੋਂ ਕੈਪਟਨ ਸਾਹਿਬ ਨੇ ਆਉਣਾ ਹੈ ਜਾਂ ਨਹੀਂ ਆਉਣਾ ਇਹ ਵੱਖਰੀ ਗੱਲ ਆ। ਪਰ ਇਹ 2023 ਤੱਕ ਪਹੁੰਚ ਚੁੱਕੀ ਹੈ ਇਹ ਗੱਲ। ਹੁਣ ਉਹ ਕਹਿੰਦੇ ਹੁਣ ਸਿਰਫ ਤੇ ਸਿਰਫ ਇੱਕ ਸਰਕਾਰ ਨਾਲ ਮਿਲ ਕੇ ਇੱਕ ਡਰਾਮਾ ਕੀਤਾ ਗਿਆ ਸੀ। ਸੁਖਵਿੰਦਰ ਜੀ, ਮੈਂ ਇਹੀ ਕਹਿਣਾ ਕਿ ਇਹੀ ਡਰਾਮਾ ਜਿਹੜੀ ਹੈਗੀ ਆ ਆਪਣਾ BJP ਸਰਕਾਰ ਔਰ ਮੋਦੀ ਸਾਹਿਬ ਕਰ ਦੇਣ, ਇਹ 'ਚ ਕੀ ਗੱਲ ਹੈ? ਇਹੀ ਤਾਂ ਕਿਸਾਨ ਮੰਗ ਰਹੇ ਨੇ ਕਿ ਜੇਕਰ ਉਹਨਾਂ ਨੂੰ ਪੰਜਾਬ ਦੀ ਜਿਹੜੀ ਕਾਂਗਰਸ ਦਾ ਜਾਂ ਸਰਕਾਰ ਦਾ ਡਰਾਮਾ ਲੱਗ ਰਿਹਾ ਹੈ ਸਾਰਾ ਕੁਝ, ਇਹੀ ਡਰਾਮਾ ਤਾਂ ਸਰਕਾਰ ਆਪਣਾ ਕਿਸਾਨ ਚਾਹ ਰਹੇ ਨੇ ਕਿ ਤੁਸੀਂ ਡਰਾਮਾ ਕਰ ਲਓ। ਸਰਕਾਰ ਨੇ ਜਿਹੜੀ ਹੈਗੀ ਹੈ, ਸਰਕਾਰ ਨੇ ਤਾਂ ਇੱਕ ਅੜੀ ਫੜੀ ਹੋਈ ਹੈ ਔਰ ਆਪਾਂ ਨੂੰ ਵੀ ਪਤਾ ਹੈ ਕਿ ਅੱਜ 9 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਕਿ 9 ਮਹੀਨਿਆਂ ਤੋਂ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਉਹਦੀ ਹੈਂਕੜੀ ਇੰਨੀ ਹੈ ਕਿ ਉਹ ਲੱਡੂ ਖਾਣ ਦੇ ਯੋਗ ਹੀ ਨਹੀਂ ਹੈ। ਸੋ ਜੇਕਰ ਉਹਨਾਂ ਦਾ ਲੱਡੂ ਖਾਣ ਦਾ ਮਨ ਹੈ BJP ਦਾ, ਤਾਂ ਲਾਜ਼ਮੀ ਤੌਰ ਤੇ ਜੇਕਰ ਉਹ ਟਾਕ ਜਿਹੜੀਆਂ ਨੇ 11 ਦੌਰ ਦੀਆਂ ਉਹ ਬੰਦ ਹੋ ਚੁੱਕੀਆਂ ਨੇ ਤਾਂ ਉਹਨਾਂ ਨੂੰ ਬੁਲਾਉਣਾ ਚਾਹੀਦਾ ਅੱਜ। ਕਿਉਂਕਿ ਇਹਦੇ 'ਚ ਫਾਇਦਾ ਕੀ ਹੈ? ਇਹਦੇ 'ਚ ਫਾਇਦਾ ਕਿਉਂਕਿ 5 ਸਟੇਟਾਂ ਦੇ ਵਿੱਚ ਅਗਲੀਆਂ ਚੋਣਾਂ ਹੋਣਗੀਆਂ, ਜਿਹਦੇ ਵਿੱਚ UP ਹੈ, ਉੱਤਰਾਖੰਡ ਹੈ, ਪੰਜਾਬ ਹੈ, ਮਣੀਪੁਰ ਹੈ, ਗੋਆ ਹੈ। ਜੇਕਰ ਉਹ ਆਪਣੀ ਇੱਥੇ ਪੈਂਠ ਜਮਾਉਣੀ ਚਾਹੁੰਦੀ ਹੈ, ਲੱਡੂ ਖਾਣੇ ਚਾਹੁੰਦੀ ਹੈ ਇਹਨਾਂ ਸਟੇਟਾਂ ਦੇ ਵਿੱਚ, ਤਾਂ ਇਹਨਾਂ ਸਟੇਟਾਂ ਨੂੰ ਬਚਾਉਣਾ ਚਾਹੁੰਦੀ ਹੈ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਟਾਕ ਲਈ ਕਹਿਣਾ ਚਾਹੀਦਾ ਹੈ। ਕਿਉਂਕਿ ਜੇਕਰ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਹੈ, ਉਹਨਾਂ ਨੂੰ ਟੇਬਲ ਤੇ ਬਿਠਾਇਆ ਹੈ ਔਰ ਉਹਨਾਂ ਦੇ ਮਸਲੇ ਦਾ ਹੱਲ ਕੀਤਾ ਹੈ, ਤਾਂ ਲਾਜ਼ਮੀ ਤੌਰ ਤੇ BJP ਨੂੰ ਇੱਥੋਂ ਸਿੱਖਣਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਕੀਤੇ ਬਿਨਾਂ ਜਿਹੜਾ ਹੈਗਾ ਮਸਲੇ ਹੱਲ ਨਹੀਂ ਹੋਣੇ। ਜੇਕਰ ਉਹ ਕੁੱਟ ਰਹੀ ਹੈ ਅੱਜ ਉਹਨਾਂ ਨੂੰ, ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਸਾਡਾ ਲੱਡੂ ਖਾਣ ਨੂੰ ਦਿਲ ਕਰਦਾ, ਦੂਜੇ ਪਾਸੇ ਉਹ ਕਹਿੰਦੇ ਨੇ ਕਿ ਕੁੱਟਿਆ, ਜਿਵੇਂ ਅੱਜ ਤੁਸੀਂ ਦੇਖ ਹੀ ਲਿਆ ਜੋ ਕਿਸਾਨਾਂ ਦਾ ਹਾਲ ਹੋਇਆ। ਇਹ ਜਿਹੜੀ ਵਿਰੋਧਾਭਾਸ ਹੈ ਆਪਸ ਦੇ ਵਿੱਚ ਕਿ ਇੱਕ ਪਾਸੇ ਦਾ ਜਿਹੜਾ ਹੈਗਾ ਸਾਮ ਦਾਮ ਦੰਡ ਭੇਦ, ਇਹ ਜਿਹੜੀ ਚੀਜ਼ ਦੇ ਉੱਤੇ, ਇਹ ਪਾਲਿਸੀ ਦੇ ਉੱਤੇ ਇਸ ਵੇਲੇ BJP ਚੱਲ ਰਹੀ ਹੈ ਕਿ ਹਰ ਤਰੀਕੇ ਨਾਲ ਇਹਨਾਂ ਨੂੰ ਡਰਾ ਕੇ ਰੱਖੋ, ਇਹਨਾਂ ਨੂੰ ਸਾਮ ਦਾਮ ਦੰਡ ਵੀ ਦਿਓ, ਇਹਨਾਂ ਨੂੰ ਭੇਦ ਯਾਨੀ ਕਿ ਡਿਵਾਈਡ ਐਂਡ ਰੂਲ, ਯਾਨੀ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ, ਨੀਤੀਆਂ ਨੇ, ਕੂਟਨੀਤੀਆਂ ਨੇ, ਉਹ ਕਿਸਾਨਾਂ ਤੇ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੈਂ ਇਹੀ ਕਹਾਂਗਾ
कि किसान पिछे आने वाला नहीं है, किसान मर सकता है, शहीद हो सकता है, पर जे आपां कहीए कि ਉਹ ਇਹਨਾਂ ਦੀਆਂ ਡਾਂਗਾਂ ਤੋਂ ਡਰ ਕੇ, ਇਹਨਾਂ ਦੀਆਂ ਗੋਲੀਆਂ ਤੋਂ ਡਰ ਕੇ ਪਿੱਛੇ ਆ ਜਾਏਗਾ, ਘਰਾਂ ਨੂੰ ਵਾਪਸ ਚਲਾ ਜਾਏਗਾ, ਇਹ ਇਹਨਾਂ ਦੀ ਬਹੁਤ ਗਲਤਫਹਿਮੀ ਹੋਏਗੀ। ਔਰ ਮੈਂ ਇਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ 22 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਹਦੇ ਵਿੱਚ ਮੋਦੀ ਸਰਕਾਰ ਨੂੰ ਜਿਹੜਾ ਹੈਗਾ ਸਮਝਣਾ ਚਾਹੀਦਾ ਹੈ, ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਔਰ ਜੇਕਰ ਉਹ ਜ਼ਰੂਰ ਲੱਡੂ ਖਾਣਾ ਚਾਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ, ਟੇਬਲ ਟਾਕ ਹੋਣੀ ਚਾਹੀਦੀ ਹੈ, ਸੰਵਾਦ ਹੋਣਾ ਚਾਹੀਦਾ, ਡਾਇਲੌਗ ਹੋਣਾ ਚਾਹੀਦਾ। ਜਿਹੜਾ ਸੰਵਾਦ 11 ਸੰਵਾਦ ਤੋਂ ਬਾਅਦ ਰੁਕਿਆ ਹੋਇਆ 11 ਮੀਟਿੰਗਾਂ ਤੋਂ ਬਾਅਦ, ਉਹ 12ਵੀਂ ਮੀਟਿੰਗ ਵੀ ਜਿਹੜੀ ਹੈਗੀ ਆ ਹੋਣੀ ਚਾਹੀਦੀ ਆ। ਆਪਣਾ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਆ, ਤੁਹਾਨੂੰ ਵੀ ਯਾਦ ਹੋਏਗਾ। ਔਰ ਉਹ ਫੋਨ ਕਦੋਂ ਆਏਗਾ, ਅੱਜ ਕਿਸਾਨ ਇਹ ਪੁੱਛ ਰਿਹਾ ਹੈ ਕਿ ਭਾਈ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੈਂ ਇੱਕ ਫੋਨ ਦੀ ਦੂਰੀ ਤੇ ਆ, ਦੂਜੇ ਪਾਸੇ ਤੁਹਾਨੂੰ 9 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ, ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛ ਰਿਹਾ। ਸੋ ਇਸ ਕਰਕੇ ਇਹ ਜਿਹੜੀ ਦੂਰੀ ਰਾਜਨੀਤੀ ਹੈ, ਇਹ ਜਿਹੜੀ ਇੱਕ ਕਿਸਮ ਦੀ ਜਿਹੜੀ ਹੈਗੀ ਆ ਪਖੰਡ ਕਰ ਰਹੀ ਹੈ ਬੀਜੇਪੀ, ਇਸ ਪਖੰਡ ਤੋਂ ਜਿਹੜਾ ਹੈਗਾ ਆਪਣਾ ਪਰਦਾ ਚੁੱਕਣਾ ਚਾਹੀਦਾ ਹੈ। ਔਰ ਕਿਸਾਨ ਇਸ ਵੇਲੇ ਬਿਲਕੁਲ ਤਿਆਰ ਨੇ, ਉਹ ਬਿਲਕੁਲ ਆਪਣੀਆਂ ਜ਼ਿੰਦਗੀਆਂ ਲਾਉਣ ਨੂੰ ਤਿਆਰ ਬੈਠੇ ਨੇ, ਕਿਉਂਕਿ ਬੀਜੇਪੀ ਇਸ ਸੰਘਰਸ਼ ਦੀ ਜਿਹੜੀ ਪ੍ਰਕਿਰਤੀ ਹੈ, ਨੇਚਰ ਹੈ, ਉਹਨੂੰ ਅਜੇ ਤੱਕ ਸਮਝ ਨਹੀਂ ਪਾਈ। ਉਹਨੂੰ ਲੱਗਦਾ ਹੈ ਕਿ ਇਹ ਸ਼ਾਇਦ ਆਮ ਜਿਹਾ ਸੰਘਰਸ਼ ਹੈ, ਇਹ ਬਾਕੀ ਜਿਵੇਂ ਬਾਕੀ ਸੰਘਰਸ਼ ਹੁਣ ਤੱਕ ਚੱਲੇ ਨੇ, ਇਹ ਸ਼ਾਇਦ ਉਹਦੇ ਵਰਗਾ ਸੰਘਰਸ਼ ਹੈ। ਇਹ ਇੱਕ ਬਿਲਕੁਲ ਵੱਖਰੀ ਤਰ੍ਹਾਂ ਦਾ ਵੱਖਰੀ ਨੇਚਰ ਵਾਲਾ ਸੰਘਰਸ਼ ਹੈ। ਇਹਦੇ ਵਿੱਚ ਜਿਉਂ-ਜਿਉਂ ਦੇਰੀ ਹੋਏਗੀ, ਜਿਉਂ-ਜਿਉਂ ਡਿਲੇ ਹੋਏਗਾ, ਜਿਉਂ-ਜਿਉਂ ਲਾਠੀ ਚਾਰਜ ਹੋਏਗਾ, ਉਹ ਤਿਉਂ-ਤਿਉਂ ਇਹ ਹੋਰ ਵਧੇਗਾ। ਗੁਰੂ ਸਾਹਿਬ ਨੇ ਕਿਹਾ ਹੈ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਸੋ ਜਿੰਨਾ ਜਿੰਨਾ ਇਹ ਬੀਜੇਪੀ ਇਹਨਾਂ ਨੂੰ ਤੰਗ ਕਰੇਗੀ, ਇੱਥੇ ਬਿਠਾ ਕੇ ਰੱਖੇਗੀ, ਡਾਂਗਾ ਵਰਾਏਗੀ, ਤਾਂ ਉਹਨਾਂ ਹੀ ਜਿਹੜੇ ਕਿਸਾਨ ਹੋਰ ਭੜਕਣਗੇ, ਹੋਰ ਇਹ ਜਿਹੜਾ ਬੁਲੰਦ ਹੋਏਗਾ ਮੋਰਚਾ, ਔਰ ਇਹ ਸੰਘਰਸ਼ ਅਖੀਰ ਨੂੰ ਜਿੱਤ ਵੱਲ ਵਧੇਗਾ। ਔਰ ਮੈਨੂੰ ਲੱਗਦਾ ਹੈ ਕਿ ਜਿਹੜੀ ਅੱਜ ਦੀ ਜਿਹੜੀ ਕੁੱਟਮਾਰ ਹੈ, ਕਿਸਾਨਾਂ ਦੀ ਜਿਹੜੀ ਹੈਗੀ ਕੁੱਟਮਾਰ ਹੋਈ ਹੈ, ਇਹਦੇ ਨਾਲ ਇਸ ਸੰਘਰਸ਼ ਨੂੰ ਹੋਰ ਬਲ ਮਿਲਿਆ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਦੇਣਗੀਆਂ, ਉਹਦੇ ਨਾਲ ਸਗੋਂ ਹੋਰ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੇਗਾ, ਕਿਉਂਕਿ ਵੀਡੀਓ ਦੇ ਰਾਹੀਂ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਇਹ ਗੱਲਾਂ ਨੇ, ਇਹਦੇ ਤੋਂ ਕੋਈ ਤੁਸੀਂ ਛੁਪਾ ਨਹੀਂ ਸਕਦੇ ਆਪਣੇ ਆਪ ਨੂੰ, ਉਹ ਤੁਹਾਡੀਆਂ ਵਾਇਰਲ ਹੋਣੀਆਂ ਹੀ ਹੋਣੀਆਂ ਨੇ। ਸੋ ਜਿਉਂ-ਜਿਉਂ ਇਹ ਵਾਇਰਲ ਹੋਣਗੀਆਂ, ਪੂਰੇ ਅੰਤਰਰਾਸ਼ਟਰੀ ਲੈਵਲ ਤੇ ਸਾਰੀਆਂ ਗੱਲਾਂ ਜਾਣਗੀਆਂ। ਸਾਰੀ ਦੁਨੀਆ ਦੇ ਲੋਕ ਜਿਹੜੇ ਨੇ ਅੱਜ ਮੋਦੀ ਸਰਕਾਰ ਨੂੰ, ਬੀਜੇਪੀ ਸਰਕਾਰ ਨੂੰ ਔਰ ਹਰਿਆਣੇ ਦੀ ਸਰਕਾਰ ਨੂੰ ਜਿਹੜੀ ਹੈਗੀ ਆ, ਉਹ ਇਹਨਾਂ ਨੂੰ ਥੂ ਕਰ ਰਹੇ ਨੇ, ਇਹਨਾਂ ਨੂੰ ਨੰਗਾ ਕਰ ਰਹੇ ਨੇ, ਇਹਨਾਂ ਲੋਕਾਂ ਨੂੰ। ਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹੀ, ਮੈਂ ਫੇਰ ਕਵਾਂਗਾ ਕਿ ਇਹੀ ਕਿਸਾਨ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ, ਜਿਨ੍ਹਾਂ ਨੇ ਇਹਨਾਂ ਨੂੰ ਮੰਤਰੀ ਬਣਾਇਆ, ਇਹਨਾਂ ਨੂੰ ਸੱਤਾ 'ਚ ਲਿਆਂਦਾ, ਔਰ ਇਹੀ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਲਾਠੀਆਂ ਵਰਾ ਰਹੇ ਨੇ। ਇਹ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਜੀ ਸੁਖਿੰਦਰ ਜੀ। ਜੀ ਡਾਕਟਰ ਸਾਹਿਬ, ਆਖਰੀ ਖਬਰ ਤੇ ਸਵਾਲ ਆ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਨੂੰ ਲੈ ਕੇ। ਇੱਕ ਪਾਸੇ ਤਾਂ ਰਾਹੁਲ ਗਾਂਧੀ ਤੱਕ ਇਹ ਮਸਲਾ ਪਹੁੰਚ ਚੁੱਕਿਆ, ਹਰੀਸ਼ ਰਾਵਤ ਹੋਣੀ ਚੰਡੀਗੜ੍ਹ ਆਉਣ ਦੀ ਤਿਆਰੀ ਦੇ ਵਿੱਚ ਨੇ, ਇੱਥੇ ਬਹਿ ਕੇ ਕਹਿੰਦੇ ਮਸਲੇ ਦਾ ਹੱਲ ਕਰਾਉਣਾ। ਤੇ ਦੂਜੇ ਪਾਸੇ ਕੈਪਟਨ ਸਾਹਿਬ ਜਿਹੜਾ ਸਿੱਧੂ ਸਾਹਿਬ ਵੱਲੋਂ ਮੁੱਦੇ ਉਠਾਏ ਜਾਂਦੇ ਨੇ ਕਿ ਬਿਜਲੀ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ, ਉਧਰਲੇ ਪਾਸੇ ਨੂੰ ਵੀ ਵੱਧ ਚੁੱਕੇ ਨੇ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਕਲੇਸ਼ ਵੀ ਜਾਰੀ ਹੈ ਤੇ ਮਸਲਿਆਂ ਦਾ ਹੱਲ ਜਿਹੜਾ ਹੌਲੀ ਹੌਲੀ ਸਾਹਮਣੇ ਨਤੀਜੇ ਆ ਰਹੇ ਨੇ। ਸੁਖਵਿੰਦਰ ਜੀ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਇਸੇ ਕਰਕੇ ਜਾਣਿਆ ਜਾਂਦਾ ਸੀਗਾ, ਜਾਂ ਇਸੇ ਕਰਕੇ ਲੋਕ ਪਸੰਦ ਕਰਦੇ ਸੀਗੇ ਕਿ ਉਹ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ। ਪਰ ਦੂਸਰਾ ਧੜਾ ਜਦੋਂ ਅਸੀਂ ਪੈਰਲਲ ਦੇਖਦੇ ਆ, ਕੈਪਟਨ ਸਾਹਿਬ ਉਹ ਮੁੱਦਿਆਂ ਤੋਂ ਭੱਜਣਾ ਚਾਹੁੰਦੇ ਨੇ। ਆਪਾਂ ਨੇ ਵੀ ਦੇਖਿਆ ਕਿ 4.5 ਸਾਲ ਤੋਂ ਲਗਾਤਾਰ ਕੈਪਟਨ ਸਾਹਿਬ ਦੀ ਕੋਸ਼ਿਸ਼ ਇਹੀ ਰਹੀ ਹੈ ਕਿ ਜਿਹੜੇ ਵੱਡੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਉਹਨਾਂ ਵਾਅਦਿਆਂ ਤੋਂ ਮੁਕਰਿਆ ਜਾਏ। ਔਰ ਚਾਹੇ ਉਹ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ, ਚਾਹੇ ਉਹ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਹੋਵੇ, ਚਾਹੇ ਘਰ ਘਰ ਨੌਕਰੀ ਦੇ ਫਾਰਮ ਭਰੇ ਹੋਣ, ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਸੰਪੂਰਨ ਤੌਰ ਤੇ ਮਾਫ ਕੀਤਾ ਗਿਆ ਹੋਵੇ, ਜਾਂ ਇਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਲਾਰੇ ਉਹਨਾਂ ਨੇ ਲਾਏ ਸੀਗੇ, ਉਹਨਾਂ ਦੀਆਂ ਗੱਲਾਂ। ਇਹਦਾ ਫਾਇਦਾ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਧੜੇ ਨੂੰ ਜ਼ਰੂਰ ਮਿਲਿਆ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹੀ ਕਿਹਾ ਕਿ ਜਿਹੜਾ 18 ਨੁਕਾਤੀ ਪ੍ਰੋਗਰਾਮ ਹਾਈ ਕਮਾਂਡ ਵੱਲੋਂ ਦਿੱਤਾ ਗਿਆ ਕਿ ਮੈਂ ਉਹ ਕੈਪਟਨ ਸਾਹਿਬ ਤੋਂ ਹਰ ਹਾਲਤ ਦੇ ਵਿੱਚ ਹੱਲ ਕਰਾਉਣਾ ਹੀ ਕਰਾਉਣਾ ਹੈ। ਪਰ ਆਪਾਂ ਕੀ ਦੇਖ ਰਹੇ ਹਾਂ ਕਿ ਉਸ ਮੁੱਦੇ ਦੀ ਬਜਾਏ, ਉਹਨਾਂ 18 ਨੁਕਾਤੀ ਪ੍ਰੋਗਰਾਮਾਂ ਨੂੰ ਹੱਲ ਕਰਨ ਦੀ ਬਜਾਏ ਕੈਪਟਨ ਸਾਹਿਬ ਕਿਵੇਂ ਉਲਝਾਉਣਾ ਚਾਹੁੰਦੇ ਨੇ। ਚਾਹੇ ਕਦੇ ਉਹਨਾਂ ਦੇ ਸਲਾਹਕਾਰ ਦੇ ਵਿੱਚ ਨੁਕਸ ਕਰ ਦਿੰਦੇ ਨੇ, ਕਦੇ ਉਹਨਾਂ ਦੇ ਸਲਾਹਕਾਰ ਦਾ ਬਿਆਨ ਚੱਕ ਕੇ ਇਹ ਕਹਿੰਦੇ ਨੇ ਕਿ ਇਹ ਤਾਂ
ਬਹੁਤ ਵੱਡਾ ਜਿਹੜਾ ਹੈਗਾ ਦੇਸ਼ ਧਰੋਹ ਦਾ ਮਸਲਾ ਜਿਹੜਾ ਹੈਗਾ ਖੜਾ ਹੋ ਗਿਆ, ਕਾਂਗਰਸ ਦੇ ਖਿਲਾਫ ਜਿਹੜਾ ਹੈਗਾ ਜਾ ਰਹੇ ਨੇ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਕੈਪਟਨ ਸਾਹਿਬ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੁੱਦਿਆਂ ਦੇ ਉੱਤੇ ਆਉਣ ਦੀ ਬਜਾਏ ਇਹਨਾਂ ਮੁੱਦਿਆਂ ਨੂੰ, ਗੈਰ ਮੁੱਦਿਆਂ ਨੂੰ ਸੈਂਟਰ 'ਚ ਲਿਆਂਦਾ ਜਾਏ ਔਰ ਆਪਣੀ ਸਿਆਸਤ ਜਿਹੜੀ ਹੈਗਾ ਕੀਤੀ ਜਾਏ। ਪਰ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰੈਸ਼ਰ ਬਣਾ ਰਹੇ ਨੇ ਔਰ ਆਪਣੇ ਕੰਮ ਕਰਵਾ ਰਹੇ ਨੇ, ਉਹਨਾਂ ਦੇ ਵਿੱਚੋਂ ਇੱਕ ਵੱਡਾ ਕੰਮ ਹੈ ਕਿ ਜਿਹੜੇ ਬਿਜਲੀ ਸਮਝੌਤੇ ਹੋਏ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ, ਜੇਕਰ ਉਹ ਰੱਦ ਹੁੰਦੇ ਨੇ ਔਰ ਉਹਦੀ ਬਜਾਏ ਸਰਕਾਰੀ ਸਾਡੇ ਜਿਹੜੇ ਥਰਮਲ ਪਲਾਂਟ ਨੇ ਉਹ ਚਾਲੂ ਕੀਤੇ ਜਾਂਦੇ ਨੇ ਔਰ ਸੈਂਟਰਲ ਪੂਲ ਦੇ ਵਿੱਚੋਂ ਬਿਜਲੀ ਜਿਹੜੀ ਹੈਗੀ ਹੈ ਲੈ ਲਈ ਜਾਂਦੀ ਹੈ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਜਿਹੜਾ ਪੰਜਾਬ ਦਾ ਆਮ ਖਪਤਕਾਰ ਹੈ, ਜਿਹੜਾ ਕਿ ਹਜ਼ਾਰਾਂ ਦੀ ਗਿਣਤੀ, ਲੱਖਾਂ ਦੀ ਜਿਹੜੀ ਹੈਗੀ ਹੈ, ਲੱਖਾਂ ਰੁਪਏ ਦਾ ਬਿੱਲ ਜਿਹੜਾ ਪੇ ਕਰ ਰਿਹਾ ਹੈ ਬਿਜਲੀ ਦਾ, ਤਾਂ ਉਹਨੂੰ ਕਿਤੇ ਨਾ ਕਿਤੇ ਉੱਥੋਂ ਜਿਹੜਾ ਹੈਗਾ ਉਹਨੂੰ ਥੋੜਾ ਛੁਟਕਾਰਾ ਮਿਲ ਸਕਦਾ ਹੈ, ਥੋੜੀ ਰਿਲੀਫ ਮਿਲ ਸਕਦੀ ਹੈ। ਸੋ ਨਵਜੋਤ ਸਿੰਘ ਸਿੱਧੂ ਜੇਕਰ ਪ੍ਰੈਸ਼ਰ ਬਣਾ ਕੇ ਰੱਖਦੇ ਨੇ ਤੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ, 18 ਨੁਕਾਤੀ ਪ੍ਰੋਗਰਾਮ ਹੱਲ ਕਰਵਾ ਲੈਂਦੇ ਨੇ, ਤਾਂ ਇਹਦੇ ਨਾਲ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੱਦ ਹੈ ਉਹ ਹੋਰ ਵਧੇਗਾ। ਬੇਸ਼ੱਕ ਖਾਨਾ ਜੰਗੀ ਵੀ ਇਹਦੇ ਨਾਲ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਾਨਾ ਜੰਗੀ ਹੋਰ ਤਿੱਖੀ ਹੋਏਗੀ, ਹੋਰ ਤੇਜ਼ ਹੋਏਗੀ, ਕਿਉਂਕਿ ਇੱਕ ਧੜਾ ਇਹੀ ਚਾਹੁੰਦਾ ਹੈ ਕਿ ਇਹ ਮਸਲੇ ਜਿਹੜੇ ਨੇ ਹੱਲ ਨਹੀਂ ਹੋਣੇ ਚਾਹੀਦੇ, ਹੱਲ ਇਦਾਂ ਹੀ ਜਿਹੜਾ ਹੈਗਾ ਟਾਈਮ ਪਾਸ ਕੀਤਾ ਜਾਏ। ਪਰ ਜੇਕਰ ਸਿੱਧੂ ਦਾ ਧੜਾ ਜਿਹੜਾ ਹੈਗਾ ਜਾਂ ਸਿੱਧੂ ਸਾਹਿਬ ਆਪ ਵਿੱਚ ਆ ਕੇ ਜਿਹੜਾ ਹੈਗਾ ਇਹ ਸਾਰੇ ਮਸਲੇ ਹੱਲ ਕਰਦੇ ਨੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਸਿੱਧੂ ਸਾਹਿਬ ਦਾ ਕੱਦ ਵਧੇਗਾ ਔਰ 22 ਦੇ ਵਿੱਚ ਜੇਕਰ ਉਹ ਚੋਣਾਂ ਲਈ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਜਦੋਂ ਅਸੀਂ ਦੇਖਾਂਗੇ ਤਾਂ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵੀ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਕਿਉਂਕਿ ਫਿਲਹਾਲ ਇਹੀ ਲੱਗ ਰਿਹਾ ਕਿ ਜਿਵੇਂ ਹਾਈ ਕਮਾਂਡ, ਖਾਸ ਤੌਰ ਤੇ ਰਾਵਤ ਜੀ ਇਹ ਗੱਲ ਕਹਿ ਰਹੇ ਨੇ ਕਿ ਕੈਪਟਨ ਸਾਹਿਬ ਨੂੰ ਹੀ ਚਿਹਰਾ ਬਣਾਇਆ ਜਾਏਗਾ, ਤਾਂ ਜੇਕਰ ਇਹਦੇ ਨਾਲ ਸਿੱਧੂ ਸਾਹਿਬ ਅੱਗੇ ਆਉਂਦੇ ਨੇ ਤਾਂ ਉਹਨਾਂ ਨੂੰ ਫਾਇਦਾ ਸਿੱਧੂ ਸਾਹਿਬ ਨੂੰ ਹੋਏਗਾ, ਚਾਹੇ ਰਾਵਤ ਜੀ ਕੁਝ ਵੀ ਕਹਿਣ ਕਿ 22 ਦੇ ਵਿੱਚ ਆਪਣਾ ਕੈਪਟਨ ਸਾਹਿਬ ਹੀ ਅੱਗੇ ਆਉਣਗੇ ਔਰ ਕੈਪਟਨ ਸਾਹਿਬ ਦੇ ਰਹਿਨੁਮਾਈ ਦੇ ਵਿੱਚ ਹੀ ਚੋਣਾਂ ਲੜੀਆਂ ਜਾਣਗੀਆਂ। ਇਹ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਹੈ ਕਿ ਇਹਦੇ ਜੇ ਇਦਾਂ ਹੁੰਦਾ ਤਾਂ ਨੁਕਸਾਨ ਕਾਂਗਰਸ ਦਾ ਹੋ ਸਕਦਾ, ਕਿਉਂਕਿ ਉਹਨਾਂ ਨੇ ਕੋਈ ਵੀ ਜਿਹੜਾ ਹੈਗਾ ਆਪਾਂ ਨੂੰ ਸਾਰੇ ਇਸ ਵੇਲੇ ਪੰਜਾਬ ਜਾਣਦਾ ਹੈ ਕਿ ਕੰਮ ਜਿਹੜੇ ਨੇ ਕਰਨੇ ਚਾਹੀਦੇ ਸੀਗੇ ਜਾਂ ਹੁਣ 6 ਮਹੀਨਿਆਂ ਦੇ ਵਿੱਚ ਕਰਨੇ ਚਾਹੀਦੇ ਨੇ, ਉਹ ਉਸ ਕਿਸਮ ਦੀ ਕਾਰਵਾਈ ਸਰਕਾਰ ਦੀ ਦਿਖਾਈ ਨਹੀਂ ਦੇ ਰਹੀ, ਸਗੋਂ ਆਪਸੀ ਜਿਹੜਾ ਕੁਰਸੀ ਯੁੱਧ ਹੈ ਕਾਂਗਰਸ ਦਾ ਉਹ ਸਿਰਫ ਦਿਖਾਈ ਦੇ ਰਿਹਾ ਹੈ। ਇਸ ਕੁਰਸੀ ਯੁੱਧ ਤੋਂ ਕੁਝ ਨਹੀਂ ਨਿਕਲਣਾ, ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ ਇਸ ਵੇਲੇ। ਜੇਕਰ ਇਦਾਂ ਹੀ ਇਹ ਚੱਲਦਾ ਰਿਹਾ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਦਾ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ 22 ਦੇ ਵਿੱਚ। ਜੀ ਸੁਖਿੰਦਰ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੇ ਮਸਲੇ ਦੇ ਉੱਤੇ, ਕਿਸਾਨਾਂ ਦੇ ਲਾਠੀਚਾਰਜ ਕੀਤੇ ਦਾ ਅਸਰ ਬੀਜੇਪੀ ਤੇ ਜੇਜੇਪੀ ਦੀ ਸਰਕਾਰ ਤੇ ਕਿੱਦਾਂ ਦਾ ਪੈਂਦਾ। ਕਿਸਾਨਾਂ ਨੇ ਜਿਵੇਂ 5 ਵਜੇ ਤੱਕ ਦਾ ਜਾਮ ਲਾਇਆ ਸੀ, ਉਸ ਤੋਂ ਇਲਾਵਾ 5 ਤਰੀਕ ਤੱਕ 5 ਸਤੰਬਰ ਨੂੰ ਜਿਹੜਾ ਕਿਸਾਨਾਂ ਨੇ ਮੁਜ਼ੱਫਰਪੁਰ ਦੇ ਵਿੱਚ ਰੈਲੀ ਸੱਦੀ ਆ ਤੇ 25 ਸਤੰਬਰ ਦਾ ਭਾਰਤ ਬੰਦ ਦਾ ਸੱਦਾ ਦਿੱਤਾ। ਇਹਦੇ ਵਿਚਾਲੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਰਕਾਰ ਦੀ ਜਿਹੜੀ ਬੁਖਲਾਹਟ ਹੈ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ, ਇਸ ਕਰਕੇ ਆਪਣੇ ਹੱਥ ਦੇ ਵਿੱਚ ਕਾਨੂੰਨ ਜਿਹੜਾ ਲੈ ਕੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।